ਇੰਟੈਲੈਕਚੁਅਲ ਪੰਜਾਬੀ ਚੈਂਬਰ ਆਫ ਕਮਰਸ ਵੱਲੋਂ ਨਵੰਬਰ ਮਹੀਨੇ IAS ਕੋਚਿੰਗ ਦੇ ਅਗਲੇ ਬੈਚ ਦੀਆਂ ਆਨਲਾਈਨ ਕਲਾਸਿਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਮੀਡੀਆ ਨੂੰ ਮੁਖਾਤਬ ਹੁੰਦਿਆਂ ਇੰਟੈਲੈਕਚੁਅਲ ਪੰਜਾਬੀ ਚੈਂਬਰ ਆਫ ਕਮਰਸ ਦੇ ਕੋ-ਫਾਊਂਡਰ ਅਤੇ CEO ਮਨਦੀਪ ਸਿੰਘ ਛਤਵਾਲ, ਉੱਗੇ ਸਿੱਖ ਬਿਜ਼ਨਸਮੈਨ ਅਤੇ ਡਾਇਰੈਕਟਰ ਆਫ ਇੰਟੈਲੈਕਚੁਅਲ ਪੰਜਾਬੀ ਚੈਂਬਰ ਆਫ ਕਮਰਸ ਮਹਿੰਦਰਪਾਲ ਸਿੰਘ ਆਨੰਦ ਅਤੇ ਵਿੱਕੀ ਆਹੂਜਾ, ਇੰਟੈਲੈਕਚੁਅਲ ਪੰਜਾਬੀ ਚੈਂਬਰ ਆਫ ਕਮਰਸ ਦੇ ਡਾਇਰੈਕਟਰ ਰਿਟਾਇਰ IAS ਜਸਬੀਰ ਸਿੰਘ ਬਜਾਜ ਵੱਲੋਂ ਨਵੇਂ ਸੈਸ਼ਨ ਮੌਕੇ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਆਪਣੇ ਸੁਪਨਿਆਂ ਨੂੰ ਪ੍ਰਵਾਜ ਦੇਣ ਲਈ ਐਨਰੋਲ ਕਰਵਾਉਣ ਲਈ ਕਿਹਾ ਗਿਆ। ਉਹਨਾਂ ਨੇ ਕਿਹਾ ਕਿ ਸਾਡਾ ਮੇਨ ਫੋਕਸ ਦਿੱਲੀ ਹੈ ਅਤੇ ਸਾਡਾ ਮਕਸਦ ਹੈ ਕਿ ਸਾਡੀ ਕੌਮ ਦੇ ਬੱਚੇ ਚੰਗੀ ਤਾਲੀਮ ਹਾਸਲ ਕਰ IAS ਬਣਨ। ਇਸ ਲਈ ਆਮ ਜਹੀ ਫੀਸ ਹੈ, ਪਰ ਜੋ ਬੱਚੇ ਆਰਥਿਕ ਤੌਰ ਤੇ ਕਮਜ਼ੋਰ ਹਨ, ਫੀਸ ਨਹੀਂ ਦੇ ਸਕਦੇ, ਉਹਨਾਂ ਲਈ ਵੀ ਵਿਵਸਥਾ ਹੈ। ਪਰ ਉਹ ਇਸ ਸਭ ਲਈ ਕੋਈ ਫੰਡ ਜਾਂ ਕੋਈ ਪੈਸੇ ਨਹੀਂ ਲੈਂਦੇ, ਬਲਕਿ ਸਾਡੀ ਕੌਮ ਦੇ ਹੀ ਸਮਰੱਥ ਲੋਕ ਇਹਨਾਂ ਬੱਚਿਆਂ ਦਾ ਪੂਰਾ ਖਰਚ ਚੁੱਕ ਮਦਦ ਕਰ ਸਕਦੇ ਹਨ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਸਭ ਤੋਂ ਪਹਿਲੇ ਤਾਂ ਮੈਂ ਸਾਰੇ ਆਈ ਹੋਈ ਮੀਡੀਆ ਦਾ ਤਹਿ ਦਿਲੋਂ ਥੈਂਕਸ ਕਹਿੰਦਾ। ਤੇ ਅੱਜ ਇਹ ਬਹੁਤ ਅੱਛਾ ਜਿਹੜਾ ਉਪਰਾਲਾ ਔਰ ਬਹੁਤ ਅੱਛਾ ਕਾਰਜ ਜਿਹੜਾ ਸ਼ੁਰੂ ਕਰਨ ਜਾ ਰਹੇ ਹੈ, ਜਿਹਦੇ ਵਿੱਚ ਮੈਂ ਸਾਡੀ ਸਾਰੀ ਇੰਟੈਲੈਕਚੁਅਲ ਪੰਜਾਬੀ ਚੈਂਬਰ ਆਫ ਕਾਮਰਸ ਦੀ ਟੀਮ ਤੇ ਮੇਰੇ ਬਹੁਤ ਹੀ ਮਾਣਯੋਗ ਔਰ ਸਤਿਕਾਰਯੋਗ ਸਾਡੇ ਬੜੇ ਵੱਡੇ ਸੀਨੀਅਰ IAS ਆਫਿਸਰ ਸਾਹਿਬ ਸਰਦਾਰ ਜਸਬੀਰ ਸਿੰਘ ਬਜਾਜ ਸਾਹਿਬ, ਤੇ ਅਸੀਂ ਬਹੁਤ ਚਿਰਾਂ ਤੋਂ ਇਹ ਚੀਜ਼ਾਂ ਸੁਣਦੇ ਆ ਰਹੇ ਹਾਂ ਕਿ ਸਾਡੀ ਜਿਹੜੀ ਕੌਮ ਹੈ ਉਹਦੇ ਵਿੱਚ ਸਾਨੂੰ ਹਾਰਡਲੀ ਕੋਈ ਬੱਚੇ ਜਿਹੜੇ IAS IPS ਜਾਂ ਹੋਰ ਅੱਛੇ ਅਹੁਦਿਆਂ 'ਤੇ ਦੇਖਣ ਨੂੰ ਮਿਲਦੇ ਨੇ, ਤੇ ਉਸ ਚੀਜ਼ ਦੀ ਬੜੀ ਘਾਟ ਰਹੀ ਹੈ ਸ਼ੁਰੂ ਤੋਂ ਹੀ ਸਾਡੀ ਕੌਮ ਵਿੱਚ। ਤੇ ਉਹ ਚੀਜ਼ ਨੂੰ ਦੇਖਦੇ ਹੋਏ ਇੱਕ ਜਿਹੜਾ ਉਪਰਾਲਾ ਸੀ ਕਿ ਬੱਚਿਆਂ ਨੂੰ ਸਿਵਲ ਸਰਵਿਸਿਜ਼ ਦੇ ਵਿੱਚ ਕਿਵੇਂ ਵੱਧ ਤੋਂ ਵੱਧ ਉਹਨਾਂ ਨੂੰ ਪ੍ਰੇਰਣਾ ਦੇ ਕੇ ਲਿਆਇਆ ਜਾ ਸਕੇ। ਔਰ ਮੇਨ ਗੱਲ ਹੈ ਕਿ ਉਹਨਾਂ ਨੂੰ ਗਾਈਡੈਂਸ ਕਰਨ ਵਾਲਾ ਹੀ ਨਹੀਂ ਹੈ ਕੋਈ, ਕਿਉਂਕਿ ਜਦ ਬੱਚੇ ਆਪਣੇ ਸਕੂਲਿੰਗ ਖਤਮ ਕਰ ਲੈਂਦੇ ਨੇ ਜਾਂ ਗ੍ਰੈਜੂਏਟ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਇਸ ਤਰੀਕੇ ਦੀ ਸੋਚ ਸਮਝ ਜਾਂ ਕੋਈ ਗਾਈਡ ਕਰਨ ਵਾਲਾ ਹੀ ਨਹੀਂ ਹੈ ਕਿ ਫਰਦਰ ਉਹਨਾਂ ਨੇ ਕਿਵੇਂ ਸਿਵਲ ਸਰਵਿਸਿਜ਼ ਵੱਲ ਜਾਣਾ ਹੈ ਜਾਂ ਉਹਦੀ ਕਿਵੇਂ ਟ੍ਰੇਨਿੰਗ ਲੈਣੀ ਹੈ ਜਾਂ ਕਿਵੇਂ ਉਹਨਾਂ ਨੇ ਫਰਦਰ ਆਪਣੀ ਸਟੱਡੀਜ਼ ਨੂੰ ਕੰਟੀਨਿਊ ਕਰਨਾ ਹੈ। ਅਤੇ ਉਹ ਸਭ ਚੀਜ਼ ਦੇਖਦੇ ਹੋਏ ਮੇਰੀ ਜਦ ਸਾਂਝ ਸਰਦਾਰ ਜਸਬੀਰ ਸਿੰਘ ਬਜਾਜ ਸਾਹਿਬ ਨਾਲ ਹੋਈ, ਜਿਹੜੇ ਕਿ ਐਡੀਸ਼ਨਲ ਚੀਫ ਸੈਕਟਰੀ ਰਹੇ ਨੇ ਤਮਿਲਨਾਡੂ ਗਵਰਨਮੈਂਟ ਦੇ, ਰੈਜ਼ੀਡੈਂਸ ਕਮਿਸ਼ਨਰ ਰਹੇ ਨੇ ਤਮਿਲਨਾਡੂ ਹਾਊਸ ਚਨਕਿਆਪੁਰੀ, ਅਤੇ ਹੋਰ ਉਹਨਾਂ ਨੇ ਆਪਣੇ ਡਿਊਰਿੰਗ ਟੈਨਿਓਰ ਬਹੁਤ ਵੱਡੇ ਅਹੁਦੇ ਔਰ ਬੜੀ ਕਮਾਲ ਦੀ ਜਿਹੜੀ ਹੈਗੀ ਆਪਣੀ ਸਰਵਿਸ ਨੂੰ ਨਿਭਾਇਆ ਹੈ। ਅਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਕਿ ਸਰ ਨੇ ਇੱਕ ਆਪਣੀ ਜਿਹੜੀ ਪੂਰੇ ਡਿਊਰਿੰਗ ਦਾ ਟਾਈਮ ਜਿਹੜਾ ਐਕਸਪੀਰੀਅੰਸ ਸੀ ਅਤੇ ਉਹ ਹੁਣ ਉਹਨੂੰ ਬੱਚਿਆਂ ਨੂੰ ਦੇਣ ਦਾ ਜਿਹੜਾ ਮਨ ਬਣਾਇਆ। ਅਤੇ ਪਿਛਲੇ ਕੁਝ 1-1.5 ਸਾਲ ਤੋਂ ਜਿਹੜਾ ਬੱਚਿਆਂ ਨੂੰ ਇੱਥੇ ਆਲਰੇਡੀ ਟ੍ਰੇਨਡ ਕਰ ਰਹੇ ਨੇ ਸਿਵਲ ਸਰਵਿਸ ਦੇ ਵਿੱਚ। ਉਸ ਦੌਰਾਨ ਹੀ ਅਸੀਂ ਸਪੈਸ਼ਲ ਇੱਕ ਆਪਣੇ ਚੈਂਬਰ ਤਰਫੋਂ ਰਿਕੁਐਸਟ ਪਾਈ ਸਰ ਨੂੰ ਕਿ ਸਰ ਤੁਸੀਂ ਜਿਹੜਾ ਟ੍ਰੇਨਿੰਗ ਦੇ ਰਹੇ ਹੋ ਉਹਦੇ ਵਿੱਚ ਕੁਝ ਸਮਾਂ ਜਿਹੜਾ ਹੈਗਾ ਤੁਸੀਂ ਸਾਡੇ ਬੱਚਿਆਂ ਨੂੰ, ਜਿਹੜੇ ਸਾਡੇ ਸਿੱਖ ਮੁੰਡੇ ਕੁੜੀਆਂ ਹੈਗੇ ਨੇ ਦਿੱਲੀ ਦੇ ਸਪੈਸ਼ਲੀ, ਅਤੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਅਸੀਂ ਟ੍ਰੇਨ ਕਰਨ ਵਾਸਤੇ ਤੁਹਾਡੇ ਕੋਲ ਭੇਜੀਏ। ਇਮੀਡੀਏਟਲੀ ਸਰ ਨੇ ਸਾਡੀ ਰਿਕੁਐਸਟ ਜਿਹੜੀ ਐਕਸੈਪਟ ਕੀਤੀ ਔਰ ਉਹਨਾਂ ਨੇ ਕਿਹਾ ਜੀ ਮਨਦੀਪ ਜੀ, ਤੁਸੀਂ ਜਿਸ ਟਾਈਮ ਵੀ ਜਿੰਨੇ ਬੱਚੇ ਸਾਡੇ ਕੋਲ ਭੇਜਣਾ ਚਾਹੁੰਦੇ ਹੋ ਅਤੇ ਤੁਸੀਂ ਸਾਡੇ ਕੋਲ ਭੇਜ ਦਿਓ। ਔਰ ਮੈਂ ਜਿਹੜਾ ਉਹਨਾਂ ਨੂੰ ਖੁਦ ਪਰਸਨਲੀ ਆਪਣੀ ਕੁਆਲੀਫਿਕੇਸ਼ਨ ਔਰ ਆਪਣੇ ਐਕਸਪੀਰੀਅੰਸ ਦੇ ਨਾਲ ਉਹਨਾਂ ਨੂੰ ਮੈਂ ਸਿਵਲ ਸਰਵਿਸ ਦੇ ਵਾਸਤੇ ਤਿਆਰ ਕਰਾਵਾਂਗਾ, ਸਾਰੀ ਪ੍ਰੀਪਰੇਸ਼ਨ ਕਰਾਵਾਂਗਾ। ਅਤੇ ਨਾਲ ਹੀ ਮੈਂ ਇਹਦੇ ਵਿੱਚ ਇੱਕ ਜਿਹੜੀ ਚੀਜ਼ ਮੇਨਲੀ ਅਸੀਂ 3 ਚੀਜ਼ਾਂ ਦੀ ਜਿਹੜੀ ਰਿਕੁਐਸਟ ਹੈ, ਇਸ ਕਰਕੇ ਤੁਹਾਡੇ ਸਾਰਿਆਂ ਨੂੰ ਮੀਡੀਆ ਵਾਲੇ ਭਰਾਵਾਂ ਨੂੰ, ਇਲੈਕਟ੍ਰੋਨਿਕ ਮੀਡੀਆ, ਡਿਜੀਟਲ ਮੀਡੀਆ ਜਾਂ ਹੋਰ ਜਿਹੜੇ ਪ੍ਰਿੰਟ ਮੀਡੀਆ ਤੋਂ ਆਏ ਨੇ, ਇਹਨਾਂ ਨੂੰ ਮੇਨ ਜਿਹੜੀ ਚੀਜ਼ਾਂ ਵਾਸਤੇ ਰਿਕੁਐਸਟ ਹੈ ਕਿ ਸਾਡੀ ਪਹਿਲੀ ਅਪੀਲ ਹੈ ਕਿ ਸਾਡੀ ਪ੍ਰੈਫਰੈਂਸ ਜਿਹੜੀ ਹੈਗੀ ਹੈ ਦਿੱਲੀ ਦੇ ਬੱਚਿਆਂ ਨੂੰ ਹੈ। ਪੂਰੇ ਇੰਡੀਆ ਤੋਂ ਸਾਨੂੰ ਬਹੁਤ ਫੋਨ ਕਾਲਸ ਔਰ ਬਹੁਤ ਬੱਚੇ ਐਨਰੋਲ ਹੋਣਾ ਚਾਹ ਰਹੇ ਨੇ, ਕੋਈ ਪ੍ਰੋਬਲਮ ਨਹੀਂ ਹੈ, ਮੋਸਟ ਵੈਲਕਮ, ਸਾਰੇ ਆਉਣ, ਸਾਰੇ ਬੱਚੇ ਆਪਣੇ ਨੇ। ਲੇਕਿਨ ਦਿੱਲੀ ਅਸੀਂ ਐਜ਼ ਬੀਇੰਗ ਸਿਟਿੰਗ ਇਨ ਦਿੱਲੀ ਔਰ ਸਰ ਦਾ ਵੀ ਸੈਟਅਪ ਜਿਹੜਾ ਹੈਗਾ ਦਿੱਲੀ ਹੈਗਾ, ਤਾਂ ਦਿੱਲੀ ਦੇ ਬੱਚਿਆਂ ਨੂੰ ਖਾਸ ਕਰਕੇ ਅਪੀਲ ਹੈ ਕਿ ਜਿਹੜੇ ਵੀ ਸਿਵਲ ਸਰਵਿਸ ਦੇ ਵਿੱਚ ਆਉਣਾ ਚਾਹੁੰਦੇ ਨੇ ਉਹ ਜਿੰਨੀ ਜਲਦ ਤੋਂ ਜਲਦ ਸਾਡੇ ਨਾਲ ਕੰਟੈਕਟ ਕਰਨ, ਅਤੇ ਤਾਂ ਕਿ ਉਹਨਾਂ ਦੀ ਜਿਹੜੀ ਕੋਈ ਵੀ ਡਾਊਟਸ ਹੈਗੇ, ਕੁਛ ਹੈਗੇ, ਉਹਦੇ ਵਿੱਚ ਉਹਨਾਂ ਨੂੰ ਕਲੀਅਰ ਕਰਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਸਿਵਲ ਸਰਵਿਸ ਦੇ ਵਿੱਚ ਐਨਰੋਲ ਕਰ ਸਕੀਏ। ਸੈਕਿੰਡ ਜਿਹੜੀ ਸਾਡੀ ਮੇਨ ਅਪੀਲ ਹੈ ਕਿ ਅਸੀਂ ਕੋਈ ਵੀ ਡੋਨੇਸ਼ਨਸ, ਕੋਈ ਵੀ ਅਸੀਂ ਇਸ ਤਰੀਕੇ ਦੀ ਸਪਾਂਸਰਸ ਨਹੀਂ ਮੰਗ ਰਹੇ, ਠੀਕ ਹੈ। ਅਸੀਂ ਕੋਈ ਕਿਸੇ ਨੂੰ ਨਹੀਂ ਬੁਲਾ ਕੇ ਕਹਿ ਰਹੇ ਕਿ ਸਾਨੂੰ ਇੰਨਾ ਫੰਡ ਇਕੱਠਾ ਕਰਨਾ ਹੈ, ਇਹ ਕਰਨਾ ਹੈ। ਜਿਹੜੇ ਬੱਚੇ ਖੁਦ ਅਫੋਰਡ ਕਰ ਸਕਦੇ ਨੇ, ਫੀਸ ਬਹੁਤ ਨੋਮੀਨਲ ਜੀ ਹੈ, ਉਹ ਖੁਦ ਅਫੋਰਡ ਕਰ ਲੈਣਗੇ, ਕੋਈ ਪ੍ਰੋਬਲਮ ਨਹੀਂ ਹੈ। ਜਿਹੜੇ ਵੀਕਰ ਸੈਕਸ਼ਨ ਦੇ ਬੱਚੇ ਨੇ, ਮੈਨੂੰ ਬੜੀ ਖੁਸ਼ੀ ਹੋਈ ਕਿ ਮੈਨੂੰ ਕਾਲ ਆਇਆ ਕਿ ਜੀ ਅਸੀਂ ਤਾਂ ਡਰਾਈਵਰ ਹਾਂ, ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਸਿਵਲ ਸਰਵਿਸ, ਕਿਵੇਂ IAS ਬਣਾ ਸਕਦੇ ਹਾਂ। ਮੈਂ ਕਿਹਾ ਜੀ ਤੁਸੀਂ ਇਮੀਡੀਏਟ ਆਪਣੇ ਬੱਚਿਆਂ ਨੂੰ ਐਨਰੋਲ ਕਰਾਓ, ਅਤੇ ਜਿਹੜਾ ਉਹਦਾ ਸਪਾਂਸਰ ਦਾ ਖਰਚਾ ਹੋਏਗਾ ਉਹ ਸਾਡੀ ਇੰਟੈਲੈਕਚੁਅਲ ਪੰਜਾਬੀ ਚੈਂਬਰ ਆਫ ਕਾਮਰਸ ਤਰਫੋਂ, ਹੋਰ ਜਿਹੜੀ ਸਾਡੀ ਹੋਰ ਬਹੁਤ ਵੱਡੇ ਬਿਜ਼ਨਸ ਇੰਡਸਟਰੀਜ਼ ਨੇ ਸਾਡੇ ਨਾਲ, ਆਨੰਦ ਸਾਹਿਬ ਵੀ ਆਏ ਨੇ, ਵਿੱਕੀ ਆਹੂਜਾ ਜੀ ਵੀ ਨੇ, ਜਿਨ੍ਹਾਂ ਦੀ ਗੋਡ ਗ੍ਰੇਸ ਇੰਟਰਨੈਸ਼ਨਲ ਕਰਕੇ ਹੈਗੀ ਹੈ, ਅਤੇ ਬਹੁਤ ਸਾਰੇ ਇਸ ਤਰੀਕੇ ਦੇ ਸਾਡੇ ਕੋਲ ਦਿੱਲੀ ਦੇ ਵਿੱਚ ਜਾਂ ਬਾਹਰ ਵੀ
ਬੜੇ ਅੱਛੇ ਇੰਡਸਟਰੀਜ਼, ਬੜੇ ਅੱਛੇ ਬਿਜ਼ਨਸਮੈਨ ਬੈਠੇ ਨੇ ਜਿਹੜੇ ਕਿ ਇੱਕ ਬੱਚੇ ਨੂੰ ਵੀ ਅਗਰ ਮੈਂ ਸਮਝਦਾ ਅਡਾਪਟ ਕਰ ਲੈਣਗੇ ਤੇ ਇਸ ਤੋਂ ਵਧੀਆ ਕੋਈ ਚੀਜ਼ ਹੀ ਨਹੀਂ ਹੋ ਸਕਦੀ ਕਿ ਸਾਡੀ ਕੌਮ ਦਾ ਜਿਹੜਾ ਭਵਿੱਖ ਹੈ ਉਹ ਬੜਾ ਸੁਰੱਖਿਅਤ ਹੋ ਜਾਏਗਾ। ਸਾਨੂੰ ਇੱਕ ਬੰਦੇ ਦੇ ਉੱਤੇ ਲੋਡ ਨਹੀਂ ਆਏਗਾ ਕਿ ਹਾਂਜੀ ਇਹ ਹੁਣ 10 ਬੱਚੇ ਆ ਗਏ ਨੇ ਜਾਂ 50 ਬੱਚੇ ਆ ਗਏ ਨੇ ਤੇ ਇੱਕ ਬੰਦੇ ਨਹੀਂ ਪੜ੍ਹਾਉਣਾ, ਨਹੀਂ, ਇੱਦਾਂ ਦਾ ਕੁਝ ਨਹੀਂ ਹੈ। ਜੇ 20 ਬੱਚੇ ਆ ਗਏ, 20 ਅਲੱਗ-ਅਲੱਗ ਬੰਦਿਆਂ ਨੇ ਸਪਾਂਸਰ, ਤਾਂ ਕੁਝ ਹੈ ਹੀ ਨਹੀਂ। ਤੇ ਉਹਨਾਂ ਦੀ ਇੱਕ ਦਿੱਤਾ ਹੋਇਆ ਦਸਵੰਧ ਇੱਕ ਬੱਚੇ ਦਾ ਜਿਹੜਾ ਜ਼ਿੰਦਗੀ ਭਰ ਦੀ ਜਿਹੜੀ ਹੈਗੀ ਉਹਦੇ ਫਿਊਚਰ ਜਿਹੜੀ ਹੈ ਬਣ ਜਾਣੀ ਹੈ। ਤੇ ਉਹਦੇ ਨਾਲ ਹੀ ਮੇਰੀ ਜਿਹੜੀ ਤੀਸਰੀ ਇਹਦੇ ਵਿੱਚ ਹੈਗੀ ਹੈ ਕਿ ਜਿਹੜੇ ਵੀ ਬੱਚੇ ਇਕਨੋਮਿਕਲੀ ਵੀਕ ਨੇ ਜਾਂ ਉਹਨਾਂ ਦੀ ਫੈਮਿਲੀ ਉਸ ਤਰੀਕੇ ਦੇ ਹਾਲਾਤਾਂ ਵਿੱਚ ਨਹੀਂ ਹੈ ਕਿ ਉਹ ਬੱਚਿਆਂ ਨੂੰ ਆਪਣੇ ਅੱਗੇ ਪੜ੍ਹਾ ਪਾਉਣ, ਲੇਕਿਨ ਉਹਨਾਂ ਦੇ ਬੱਚੇ ਜਿਹੜਾ ਹੈਗਾ ਪੜ੍ਹ ਸਕਦੇ ਨੇ, ਪੜ੍ਹਨਾ ਚਾਹੁੰਦੇ ਨੇ। ਕਿਉਂਕਿ ਬੇਰੀ ਬਜਾਜ ਸਾਹਿਬ ਨਾਲ ਜਦ ਇੰਟਰੈਕਸ਼ਨ ਹੋਈ ਤੇ ਇਹਨਾਂ ਸਰ ਨੇ ਇੱਕੋ ਹੀ ਚੀਜ਼ ਕਿਹਾ ਕਿ ਮਨਦੀਪ ਜੀ ਬੱਚੇ ਅਸੀਂ ਜਿਹੜੇ ਉਹ ਲੈਣੇ ਆ ਜਿਹੜੇ ਪੜ੍ਹਨਾ ਚਾਹੁੰਦੇ ਹੋਣ, ਜਿਨ੍ਹਾਂ ਦੀ ਪੜ੍ਹਾਈ ਦੇ ਵਿੱਚ ਦਿਲਚਸਪੀ ਹੈ। ਕਿਉਂਕਿ ਮੈਨੂੰ ਜਦ ਸਰ ਦੇ ਐਕਸਪੀਰੀਅੰਸ ਦੇ ਨਾਲ ਜਾਂ ਹੋਰ ਸੁਣ ਕੇ ਪਤਾ ਲੱਗਿਆ ਕਿ ਮਿਨੀਮਮ ਬੱਚੇ ਦੀ ਜਿਹੜੀ ਹੈਗੀ ਹੈ ਨਾ, ਸਾਨੂੰ ਇਹਦੇ ਵਿੱਚ ਡੈਡੀਕੇਸ਼ਨ ਉਹਦੀ ਪੜ੍ਹਾਈ ਦੀ ਚਾਹੀਦੀ, ਕਮਿਟਮੈਂਟ, ਕਿ ਉਹ ਬੱਚਾ ਕਹੇ ਕਿ ਮੈਂ ਜੀ 15 ਤੋਂ 18 ਘੰਟੇ ਰੋਜ਼ ਦੇ ਪੜ੍ਹ ਸਕਦਾ, ਮੈਂ ਡੈਡੀਕੇਟਲੀ ਇਹ ਚੀਜ਼ ਨੂੰ ਕਰਾਂਗਾ, ਦਿਨ ਰਾਤ ਇੱਕ ਕਰ ਦਾਂਗਾ। ਅਤੇ ਉਹਦੇ ਵਾਸਤੇ ਫਿਰ ਪੜ੍ਹਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ, ਉਹਨੂੰ ਜਿਹੜੀ ਫਰਦਰ ਦੀ ਐਗਜ਼ਾਮਸ ਦੀ ਜ਼ਿੰਮੇਵਾਰੀ ਹੈ, ਉਹ ਸਾਡੀ ਸਾਰਿਆਂ ਦੀ ਹੈ, ਸਰ ਦੀ ਹੈ, ਇਹਨਾਂ ਦੀ ਪੂਰੀ ਫੈਕਲਟੀ ਦੀ ਹੈ। ਅਤੇ ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂ ਕਿ ਤੁਹਾਡੇ ਸਾਰੇ ਮੀਡੀਆ ਦਾ ਬਹੁਤ ਵੱਡਾ ਉਹਦੇ ਵਿੱਚ ਅਹਿਮ ਰੋਲ ਰਹੇਗਾ ਕਿ ਤੁਸੀਂ ਇਹ ਮੈਸੇਜ ਨੂੰ ਜ਼ਿਆਦਾ ਤੋਂ ਜ਼ਿਆਦਾ ਸਪਰੈਡ ਕਰੋਗੇ ਕਿ ਜਿਹੜੀ ਬੱਚਿਆਂ ਦੀ ਤਿਆਰੀ ਤੋਂ ਲੈ ਕੇ ਔਰ ਜਿਹੜੀ ਸਿਵਲ ਸਰਵਿਸ ਦੇ ਵਿੱਚ ਬੱਚਿਆਂ ਦੀ ਜਿਹੜੀ ਇਨਰੋਲਮੈਂਟ ਹੈ ਉਹ ਤੁਸੀਂ ਆਪਣੇ ਤਰੀਕੇ ਨਾਲ, ਆਪਣੇ ਮੋਡਰਨ ਦੇ ਨਾਲ ਜ਼ਿਆਦਾ ਸਪਰੈਡ ਕਰੋ ਤਾਂ ਕਿ ਟਾਈਮ ਸਿਰ ਆ ਕੇ ਬੱਚੇ ਐਨਰੋਲ ਕਰਨਗੇ। ਅਤੇ ਨਵੰਬਰ ਫਸਟ ਵੀਕ ਤੋਂ ਜਿਹੜੀ ਅਸੀਂ ਇਹ ਕਲਾਸਿਸ ਸ਼ੁਰੂ ਕਰ ਰਹੇ ਨੇ, ਜਸਵੀਰ ਸਿੰਘ ਬਜਾਜ ਸਾਹਿਬ ਜਿਹੜੇ ਖੁਦ ਉਹਦੀ ਜਿਹੜੀ ਫੈਕਲਟੀ ਦੇ ਵਿੱਚ ਬੱਚਿਆਂ ਨੂੰ ਸਾਰੀ ਆਪਣੀ ਗਾਈਡੈਂਸ ਔਰ ਸਾਰਾ ਆਪਣਾ ਐਕਸਪੀਰੀਅੰਸ ਦੇ ਕੇ ਟੀਚ ਕਰਨਗੇ। ਅਤੇ ਉਹਦੇ ਨਾਲ ਮੈਂ ਸਮਝਦਾ ਇੱਕ ਬਹੁਤ ਅੱਛੀ ਔਰ ਇੱਕ ਬੜੀ ਨਵੀਂ ਕਿਸਮ ਦੀ ਜਿਹੜੀ ਹੈਗੀ ਨਾ ਲਹਿਰ, ਇੱਕ ਮੂਵਮੈਂਟ ਜਿਹੜੀ ਸ਼ੁਰੂ ਹੋਏਗੀ। ਕਿਉਂਕਿ ਤੁਸੀਂ ਐਸ ਵਿੰਗ ਮੀਡੀਆ ਦੇ ਵਿੱਚ ਵਿਚਰਦੇ ਹੋ, ਤੁਸੀਂ ਡੇਲੀ ਬਹੁਤ ਸਾਰੀ ਇਹ ਚੀਜ਼ਾਂ ਦੇਖ ਰਹੇ ਹੋਗੇ। ਜਿਵੇਂ ਕਿ ਤੁਸੀਂ ਦੇਖਿਆ ਲਾਸਟ ਦਿਨਾਂ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਅਨਾਊਂਸਮੈਂਟਸ ਹੋਏ ਕਿ ਜੀ ਅਸੀਂ ਸਿਵਲ ਸਰਵਿਸ, ਅਸੀਂ IAS ਦੀ, ਜਾਂ ਅਨਾਊਂਸਮੈਂਟਾਂ ਹੋ ਜਾਂਦੀਆਂ ਨੇ ਕਿ ਜੀ ਸਾਡੇ ਬੱਚੇ ਜਿਹੜੇ ਹੈਗੇ ਆ ਇਸ ਵੱਲ ਆਉਂਦੇ ਨਹੀਂ। ਉਹ ਆਉਂਦੇ ਤਾਂ ਨਹੀਂ, ਤੁਸੀਂ ਲਿਆਉਣ ਵਾਸਤੇ ਉਹਨਾਂ 'ਤੇ ਕੀ ਕੀਤਾ, ਜਾਂ ਖਾਲੀ ਅਨਾਊਂਸਮੈਂਟ ਹੀ ਕਰ ਦਿੱਤੀ। ਉੱਥੇ ਔਰ ਇੱਥੇ ਜ਼ਮੀਨ ਆਸਮਾਨ ਦਾ ਫਰਕ ਇਹ ਹੈਗਾ ਕਿ ਸਰ ਪਹਿਲੀ ਗੱਲ ਅਸੀਂ ਤਾਂ ਇੱਕ ਜ਼ਰੀਆ ਹੋ ਸਕਦੇ ਹਾਂ, ਲੇਕਿਨ ਮੇਨ ਜਿਨ੍ਹਾਂ ਨੇ ਪੜ੍ਹਾਉਣਾ ਹੈ, ਜਿਨ੍ਹਾਂ ਦੀ ਖੁਦ ਇੱਥੇ ਜਿਹੜੀ ਹੈਗੀ ਹਾਜ਼ਰੀ ਮੌਜੂਦ ਹੈ, ਉਹ ਜਸਵੀਰ ਸਿੰਘ ਬਜਾਜ ਸਾਹਿਬ ਖੁਦ ਨੇ, ਜਿਹੜੇ ਕਿ ਖੁਦ ਬਹੁਤ, ਤੁਹਾਨੂੰ ਮੈਂ ਦੱਸਿਆ, ਬਹੁਤ ਸੀਨੀਅਰ IAS ਰਹੇ ਨੇ। ਔਰ ਉਹਨਾਂ ਨੇ ਖੁਦ ਇਹ ਜ਼ਿੰਮਾ ਚੁੱਕਿਆ ਹੈ ਕਿ ਉਹਨਾਂ ਨੇ ਬੱਚਿਆਂ ਨੂੰ ਖੁਦ ਪੜ੍ਹਾ ਕੇ ਜਿਹੜਾ ਹੈਗਾ ਟ੍ਰੇਨ ਕਰਨਾ ਹੈ। ਅਤੇ ਉਹ ਚੀਜ਼ਾਂ ਦੇ ਇਸ ਚੀਜ਼ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਆ ਗਿਆ ਕਿ ਉੱਥੇ ਸਿਰਫ ਅਨਾਊਂਸਮੈਂਟਸ ਨੇ, ਇੱਥੇ ਜਿਹੜਾ ਪ੍ਰੈਕਟੀਕਲ ਤੁਸੀਂ ਆਪ ਦੇਖ ਰਹੇ ਹੋ ਇਸ ਟਾਈਮ, ਖੁਦ ਤੁਸੀਂ ਆਪ ਉਸ ਅਕੈਡਮੀ ਦੇ ਵਿੱਚ ਮੌਜੂਦ ਹੋ। ਅਤੇ ਸਰ ਫਿਲਹਾਲ ਆਲਰੇਡੀ ਕੁਝ ਬੈਚਿਸ ਸਰ ਦੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਨਾਲ ਕਾਫੀ ਸਾਰੇ ਬੱਚੇ ਆਲਰੇਡੀ ਇੰਗੇਜ ਨੇ। ਉਹਨਾਂ ਨੂੰ ਇਹ ਆਲਰੇਡੀ ਆਨਲਾਈਨ ਕਲਾਸਿਸ ਦੇ ਕੇ, ਕਿਉਂਕਿ ਹਲੇ ਸਾਰੇ ਬੱਚਿਆਂ ਦਾ ਟਰੈਵਲ ਵਗੈਰਾ ਇਹ ਸਭ ਈਜ਼ੀਲੀ ਪੋਸੀਬਲ ਨਹੀਂ ਹੈ, ਅਤੇ ਆਨਲਾਈਨ ਕਲਾਸਿਸ ਦੇ ਕੇ ਆਲਰੇਡੀ ਸਰ ਜਿਹੜਾ ਹੈਗੇ ਆਪਣੇ ਬੈਚਿਸ ਦੇ ਵਿੱਚ ਕਰ ਰਹੇ ਨੇ। ਹੁਣ ਜਿਹੜਾ ਨਵਾਂ ਬੈਚ ਹੈ ਨਵੰਬਰ ਫਸਟ ਵੀਕ ਦੇ ਵਿੱਚ ਸ਼ੁਰੂ ਹੋਣਾ, ਉਹਦੇ ਵਿੱਚ ਵੀ ਫਿਲਹਾਲ ਨਵੰਬਰ ਔਰ ਦਸੰਬਰ ਜਿਹੜੀ ਆਨਲਾਈਨ ਕਲਾਸਿਸ ਚੱਲਣਗੀਆਂ। ਉਹਦੇ ਵਿੱਚ ਬੱਚਿਆਂ ਨੂੰ ਸਾਰਾ ਸਰ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਟੀਚ ਕਰਨਗੇ, ਅਤੇ ਬਾਕੀ ਜਿਹੜੀ ਫੈਕਲਟੀ ਹੈ ਉਹ ਅਲੱਗ-ਅਲੱਗ ਕੋਰਸਿਸ ਜਿਹੜੇ ਕਰਾਉਣਗੇ। ਅੱਜ ਅਸੀਂ ਇਹ ਇੰਟਲੈਕਚੁਅਲ ਫੰਕਸ਼ਨ 'ਤੇ ਬੈਠੇ ਹਾਂ, ਸੈਮੀਨਾਰ ਵਿੱਚ ਬੈਠੇ ਹਾਂ। ਇਹ ਬੜੀ ਅੱਛੀ ਗੱਲ ਸਾਡੇ ਸਾਹਮਣੇ ਆਈ ਹੈ, ਫਾਰਵਰਡ ਹੋਈ ਹੈ ਕਿ ਸਾਡੇ ਵਿੱਚ ਬਜਾਜ ਸਾਹਿਬ ਹੂ ਇਜ਼ ਅ ਵੈਰੀ ਇੰਟਲੈਕਚੁਅਲ IAS ਆਫਿਸਰ ਰਿਟਾਇਰਡ ਹਨ, ਅਤੇ ਇਹਨਾਂ ਦੀ ਅੰਦਰ ਇਹੀ ਆਸ਼ਾ ਅਤੇ ਉਹਨਾਂ ਦੇ ਅੰਦਰ ਇੱਕ ਪ੍ਰੇਰਣਾ ਆਈ ਹੈ ਕਿ ਅਸੀਂ ਜਿਹੜੇ ਸਰਦਾਰ ਕਮਿਊਨਿਟੀ ਜਾਂ ਸਾਡੇ ਪੰਜਾਬੀ ਕਮਿਊਨਿਟੀ ਹੈ, ਸਰਦਾਰ ਕਮਿਊਨਿਟੀ ਵਿੱਚ IAS ਆਫਿਸਰਸ ਬੜੇ ਘੱਟ ਦਿਖਦੇ ਨੇ, ਅਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਬੱਚੇ ਅੱਛੇ ਪੜ੍ਹੇ ਲਿਖੇ ਅਤੇ ਜਿਹੜੇ ਪੜ੍ਹਨ ਚਾਹੁੰਦੇ ਨੇ ਔਰ ਉਹਨਾਂ ਨੂੰ ਸਪੋਰਟ ਚਾਹੀਦੀ ਹੈ, ਅਤੇ ਅਸੀਂ ਆਪਣੇ ਫੈਕਲਟੀ ਦੇ ਅੰਦਰ ਉਹਨਾਂ ਨੂੰ ਟ੍ਰੇਨ ਕਰਾਂਗੇ, ਅਤੇ ਆਨਲਾਈਨ ਵਿੱਚ ਉਹਨਾਂ ਨੂੰ ਬੈਠ ਕੇ ਉਹਨਾਂ ਨੂੰ ਘਰ ਆਪਣੇ ਆਪ ਨੂੰ ਕਲਾਸਿਸ ਵਿੱਚ ਜਿਹੜੇ ਕੋਰਸਿਸ ਉਹ ਚਾਹਣਗੇ। ਵੀ ਆਰ ਸਟਾਰਟਿੰਗ, ਅਸੀਂ 2-3 ਕੋਰਸਾਂ ਦੇ ਸ਼ੁਰੂ ਕਰ ਰਹੇ ਹਾਂ, ਲੇਕਿਨ ਸਟਾਰਟਿੰਗ ਦੇ ਅੰਦਰ ਅਸੀਂ ਸਿਵਲ ਲਾਅ ਦੇ ਸ਼ੁਰੂ ਕਰਾਂਗੇ। ਉਸ ਤੋਂ ਬਾਅਦ ਜਿਹੜੇ ਕੋਰਸਿਸ ਅਸੀਂ ਨਾਲ ਬੱਚਿਆਂ ਨੂੰ ਦੱਸਦੇ ਰਹਾਂਗੇ, ਜਿਨ੍ਹਾਂ ਦੇ ਇੰਟਰਸਟ ਜਿਸ ਕੋਰਸ ਵਿੱਚ ਹੋਣਗੇ ਅਸੀਂ ਉਹ ਐਡ ਕਰਦੇ ਰਹਾਂਗੇ। ਇਹ ਸਾਰੇ ਕੋਰਸ ਜਿਹੜੇ ਹੋਣਗੇ ਇਹ 4-4 ਮਹੀਨੇ ਦੇ ਕੋਰਸ ਹਨ, ਐਂਡ ਇਨ ਡਿਊ ਕੋਰਸ ਆਫ ਟਾਈਮ ਜਿਨ ਬੱਚੇ ਜਿਸ ਲਾਈਨ ਵਿੱਚ ਆਪਣਾ ਇੰਟਰਸਟ ਕਰਨਗੇ ਉਸ ਲਾਈਨ ਦੇ ਹਿਸਾਬ ਨਾਲ ਉਹਨਾਂ ਨੂੰ ਅਸੀਂ ਕੋਰਸ ਅੱਗੇ ਫਾਰਵਰਡ ਕਰਦੇ ਰਹਾਂਗੇ। ਇਸ ਦੇ ਅੰਦਰ ਸਾਡੇ ਮੇਨ ਆਬਜੈਕਟਿਵ ਜਿਹੜਾ ਬੀਇੰਗ ਅ ਮੈਂਬਰ ਆਫ ਦਿਸ ਇੰਟੈਲੈਕਚੁਅਲ ਚੈਂਬਰ ਆਫ
ਸਾਡਾ ਇਹੀ ਹੈ ਕਿ ਬੀਇੰਗ ਫਰੋਮ ਦ ਬਿਜ਼ਨਸ ਕਮਿਊਨਿਟੀ ਐਂਡ ਫਰੋਮ ਆਵਰ ਸਿੱਖ ਕਮਿਊਨਿਟੀ, ਅਸੀਂ ਚਾਹੁੰਦੇ ਹਾਂ ਕਿ ਅਸੀਂ ਸਾਰੇ ਜਿਹੜੇ ਅੱਛੇ ਐਫਲੂਐਂਟ ਸੈਕਸ਼ਨ ਦੇ ਸਾਡੇ ਆਪਣੇ ਵੀਰ ਹਨ, ਜਿਹੜੇ ਚਾਹੁੰਦੇ ਨੇ ਕਿ ਆਪਣੇ ਬੱਚਿਆਂ ਨੂੰ ਅੱਗੇ ਦੇਖਣ ਚਾਹੁੰਦੇ ਨੇ ਕਿ ਜਿਹੜੇ ਬੱਚੇ ਪੜ੍ਹ ਲਿਖ ਕੇ ਸਾਡੇ ਕੌਮ ਦਾ ਨਾਮ ਉੱਚਾ ਕਰਨ। ਇਹ ਜਿਹੜੇ ਬੱਚੇ ਜਿਹੜੇ ਅਸੀਂ ਅਡੋਪਟ ਕਰ ਰਹੇ ਹਾਂ, ਇਹ ਆਪਣੇ ਸਰਦਾਰ ਰਜਿੰਦਰ ਸਿੰਘ ਆਨੰਦ ਉਹਨਾਂ ਦੇ ਚੈਰੀਟੇਬਲ ਟਰਸਟ ਤੋਂ, ਜਿਹੜੇ ਕਿ ਮੁੰਬਈ ਔਰ ਦਿੱਲੀ ਵਿੱਚ ਹੈ, ਉਹਨਾਂ ਦੇ ਫੰਡਸ ਤੋਂ ਅਸੀਂ ਸਟਾਰਟ ਕਰ ਰਹੇ ਹਾਂ। ਅਤੇ ਵਾਹਿਗੁਰੂ ਮਿਹਰ ਕਰੇਗਾ ਅਤੇ ਬੱਚਿਆਂ ਦੇ ਸਿਰ 'ਤੇ ਮਿਹਰ। ਅਤੇ ਜਿਹੜੇ ਬੱਚੇ ਸਟਾਰਟ ਦੇ 5 ਬੱਚੇ ਆਉਣਗੇ, ਉਹਨਾਂ ਨੂੰ ਅਸੀਂ ਆਪਣੇ ਸਪਾਂਸਰਸ਼ਿਪ ਕਰਕੇ ਉਹਨਾਂ ਨੂੰ ਪਹਿਲੇ ਪੜ੍ਹਾਉਣ ਵਾਸਤੇ ਮੈਂ ਇਹਨਾਂ ਨੂੰ ਕਿਹਾ ਕਿ ਵੀ ਸਟਾਰਟ ਫਰੋਮ 5 ਪੀਪਲ ਐਟ ਅ ਮੋਮੈਂਟ। ਜਿਨ ਬੱਚੇ ਐਡ ਹੁੰਦੇ ਰਹਿਣਗੇ, ਅਗਰ ਵਾਹਿਗੁਰੂ ਦੀ ਕਿਰਪਾ ਹੋਏਗੀ, ਅਸੀਂ ਹੋਰ ਅਗਰ ਸਪਾਂਸਰਸ਼ਿਪ ਆਪਣੇ ਟਰਸਟ ਤੋਂ ਜਾਂ ਅੱਗੇ ਆਪਣੇ ਫਰੈਂਡਸ ਗਰੁੱਪ ਵਿੱਚੋਂ ਆਪਣੇ ਅੱਗੇ ਸਪੋਰਟ ਕਰਕੇ ਆਪਣੀ ਕਮਿਊਨਿਟੀ ਦਾ ਨਾਮ ਹੋਰ ਵਧਾਉਣ ਵਾਸਤੇ ਰੈਡੀ ਹੋਵਾਂਗੇ। ਸਭ ਨੇ ਸੁਣਿਆ ਹੀ ਹੈ ਕਿ ਬਜਾਜ ਸਾਹਿਬ ਇੰਨਾ ਵੱਡਾ ਇਨੀਸ਼ੀਏਟਿਵ ਲਿੱਤਾ ਹੈ ਬੱਚਿਆਂ ਨੂੰ IAS ਬਣਾਉਣ ਦਾ। ਅਤੇ ਮੇਰਾ ਇਹੋ ਕਹਿਣਾ ਹੈ ਕਿ ਜਦ ਕਿਸੇ ਨੇ ਸੇਵਾ ਦੀ ਠਾਣੀ ਹੈ ਤਾਂ ਉਹਦੇ ਵਾਸਤੇ ਕੋਈ ਉਮਰ ਮਾਇਨੇ ਨਹੀਂ ਰੱਖਦੀ, ਜਜ਼ਬਾ ਹੋਣਾ ਚਾਹੀਦਾ ਹੈ। ਜੋ ਕਿ ਇਹਨਾਂ ਨੇ ਆਪਣੀ ਜ਼ਿੰਦਗੀ ਬੜੀ ਖੂਬਸੂਰਤ ਕੱਟੀ, ਉਸ ਤੋਂ ਬਾਅਦ ਅੱਜ ਇਸ ਲੈਵਲ 'ਤੇ ਆ ਕੇ ਬੱਚਿਆਂ ਨੂੰ ਇਹ ਮੌਕਾ ਦਿੱਤਾ ਕਿ ਉਹ ਆਪਣੀ ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾ ਸਕਣ। ਕਈ ਲੋਕਾਂ ਨੂੰ ਮੁਕਾਮ ਦਿਖਦੇ ਨੇ ਲੇਕਿਨ ਪਹੁੰਚ ਨਹੀਂ ਪਾਉਂਦੇ। ਉਹ ਸ਼ਾਇਦ ਕੋਈ ਐਸਾ ਮਸੀਹਾ ਉਹਨਾਂ ਦੀ ਜ਼ਿੰਦਗੀ 'ਚੋਂ ਨਹੀਂ ਆਉਂਦਾ ਜਿਹੜਾ ਹੱਥ ਫੜ ਕੇ ਉਹਨਾਂ ਨੂੰ ਉੱਥੇ ਤੱਕ ਲੈ ਜਾ ਸਕੇ। ਅਤੇ ਆਈ ਬਿਲੀਵ ਇਹ ਬ੍ਰਿਜ ਬਣੇ ਨੇ ਉਹਨਾਂ ਵਾਸਤੇ, ਜਿਹੜੇ ਉਹ ਬੱਚੇ ਅੱਜ ਆਪਣੇ ਸੁਪਨਿਆਂ ਨੂੰ ਪੂਰੇ ਕਰ ਸਕਦੇ ਨੇ। ਅਤੇ ਇੰਟੈਲੈਕਚੁਅਲ ਪੰਜਾਬੀ ਚੈਂਬਰ ਆਫ ਕਾਮਰਸ ਦਾ ਬੜਾ ਛੋਟਾ ਜਿਹਾ ਇਨੀਸ਼ੀਏਟਿਵ ਹੈਗਾ ਇਸ ਚੀਜ਼ ਨੂੰ ਅੱਗੇ ਲੈ ਜਾਣ ਦਾ। ਅਤੇ ਅਸੀਂ ਤਹਿ ਦਿਲੋਂ ਨਾਲ ਸਭ ਨੂੰ ਦੁਆ ਵੀ ਦੇਣੇ ਆ ਅਤੇ ਸਭ ਦਾ ਸ਼ੁਕਰੀਆ ਅਦਾ ਵੀ ਕਰਨੇ ਆ, ਮੀਡੀਆ ਦਾ ਵੀ ਜਿਹੜਾ ਹੈ ਆਪਣੀ ਸੇਵਾ ਦੇ ਰਾਹੀਂ ਇਸ ਚੀਜ਼ ਨੂੰ ਅੱਗੇ ਲੈ ਕੇ ਜਾ ਰਹੇ ਨੇ। ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ। ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲੇ ਆਪ ਸਭ ਜੀ ਦਾ ਸ਼ੁਕਰਗੁਜ਼ਾਰ ਹਾਂ, ਮੀਡੀਆ ਦਾ, ਇੰਟੈਲੈਕਚੁਅਲ ਪੰਜਾਬੀ ਚੈਂਬਰ ਆਫ ਕਾਮਰਸ ਦਾ, ਔਰ ਉਹ ਸਾਰੇ ਭਰਾਵਾਂ ਦਾ, ਵੀਰਾਂ ਦਾ, ਜਿਹੜੇ ਕਿ ਮੇਰੀ ਇਸ ਮੁਹਿੰਮ ਦੇ ਵਿੱਚ ਆਪਣੇ ਨੂੰ ਮੇਰੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਚੱਲਣ ਨੂੰ ਤਿਆਰ ਹੋਏ ਨੇ। ਅੱਜ ਮੈਂ ਆਪਣੇ ਬਾਰੇ ਬੜਾ ਛੋਟਾ ਜਿਹਾ ਇੱਕ ਬਰੀਫ ਇੰਟਰੋਡਕਸ਼ਨ ਆਪ ਜੀ ਨੂੰ ਦੇਣਾ ਚਾਹੁੰਦਾ। ਮੈਂ 1980 ਦੇ ਵਿੱਚ 1980 ਦੇ ਵਿੱਚ ਐਜ਼ ਸਬ ਇੰਸਪੈਕਟਰ CBI ਵਿੱਚ ਭਰਤੀ ਹੋਇਆ ਸੀਗਾ 1979 ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਔਰ ਮੇਰਾ ਆਲ ਇੰਡੀਆ ਰੈਂਕ ਨੰਬਰ 1 ਸੀ। ਅਸੀਂ ਸਿਰਫ 25 ਆਫਿਸਰ ਸਿਲੈਕਟ ਹੋਏ ਸੀ ਆਲ ਇੰਡੀਆ ਲੈਵਲ 'ਤੇ। ਮੈਂ 5 ਸਾਲ CBI ਵਿੱਚ ਨੌਕਰੀ ਕੀਤੀ। ਮੈਂ ਉੱਥੇ ਹੀ ਇੰਸਪੈਕਟਰ ਦੀ ਮੈਨੂੰ ਆਊਟ ਆਫ ਟਰਨ ਪ੍ਰਮੋਸ਼ਨ ਮਿਲੀ ਸੀ 1984 ਦੇ ਵਿੱਚ, ਜਸਟ ਆਫਟਰ ਰਾਈਟਸ। ਮੈਂ ਇੱਕ ਐਸਾ ਕੇਸ ਸੋਲਵ ਕੀਤਾ ਸੀ ਜਿਹਦੇ ਕਰਕੇ ਮੈਨੂੰ ਆਊਟ ਆਫ ਟਰਨ ਪ੍ਰਮੋਸ਼ਨ ਮਿਲੀ ਸੀ। ਮੈਂ ਥਰੂ ਆਊਟ ਦਿੱਲੀ ਹੀ ਪੋਸਟਡ ਰਿਹਾ। 85 ਦੇ ਵਿੱਚ ਜਦੋਂ ਮੈਂ CBI ਵਿੱਚ ਅਪਲਾਈ ਕੀਤਾ ਕਿ ਮੈਨੂੰ ਸਿਵਲ ਸਰਵਿਸਿਜ਼ ਐਗਜ਼ਾਮ ਦੇਣ ਦੀ ਪਰਮਿਸ਼ਨ ਦਿੱਤੀ ਜਾਏ, ਜੋ ਕਿ UPSC ਦੁਆਰਾ ਕੰਡਕਟ ਕੀਤਾ ਜਾਂਦਾ ਹੈ। ਅਤੇ ਉਸ ਵਕਤ CBI ਦੀ ਪੋਲਿਸੀ ਸੀ ਕਿ ਕਿਸੇ ਨੂੰ ਵੀ, ਕਿਸੇ ਵੀ ਆਫਿਸਰ ਨੂੰ ਪਰਮਿਸ਼ਨ ਨਹੀਂ ਸੀ ਦਿੰਦੇ। ਮੈਨੂੰ ਹਾਰ ਕੇ ਇੱਕੋ ਚਾਂਸ ਮੇਰੇ ਕੋਲ ਬਚਿਆ ਸੀ 1986 ਦੇ ਐਗਜ਼ਾਮ ਦਾ, ਅਤੇ ਮੇਰੇ ਕੋਲ ਕੋਈ ਹੋਰ ਰਸਤਾ ਨਹੀਂ ਸੀ। ਮੈਂ CBI ਤੋਂ ਰਿਜ਼ਾਈਨ ਕਰਕੇ ਐਜ਼ ਇੰਸਪੈਕਟਰ ਆਪਣਾ ਰੈਜ਼ਿਗਨੇਸ਼ਨ ਡਾਇਰੈਕਟਰ ਸਾਹਿਬ ਨੂੰ ਦਿੱਤਾ, ਔਰ ਮੈਂ ਤਿਆਰੀ ਸ਼ੁਰੂ ਕਰਤੀ 1986 ਦੇ ਐਗਜ਼ਾਮ ਦੀ। ਲਾਅ ਮੇਰਾ ਸਬਜੈਕਟ ਸੀਗਾ ਆਪਸ਼ਨਲ ਪ੍ਰੀਲਿਮਿਨਰੀ ਐਗਜ਼ਾਮ 'ਚ, ਔਰ ਮੇਨਸ ਐਗਜ਼ਾਮ ਦੇ ਵਿੱਚ ਮੇਰਾ ਸਬਜੈਕਟ ਸੀਗੇ ਲਾਅ, ਪਬਲਿਕ ਐਡਮਿਨਿਸਟ੍ਰੇਸ਼ਨ ਔਰ ਮੈਨੇਜਮੈਂਟ। ਹਾਲਾਂਕਿ ਉਸ ਵਕਤ ਮੇਰੇ ਕੋਲ ਲਾਅ ਦੀ ਡਿਗਰੀ ਵੀ ਨਹੀਂ ਸੀ, ਪਰ ਮੇਰਾ ਪੁਲਿਸ ਨੌਕਰੀ ਕਰਨ ਤੋਂ ਬਾਅਦ ਲਾਅ ਵਾਸਤੇ ਇੱਕ ਬੜਾ ਹੀ ਜ਼ਬਰਦਸਤ ਪੈਸ਼ਨ ਸੀ, ਔਰ ਉਸ ਪੈਸ਼ਨ ਦੇ ਜ਼ੋਰ ਦੇ ਉੱਤੇ ਮੈਂ ਤਿਆਰੀ ਸ਼ੁਰੂ ਕੀਤੀ, ਔਰ ਸਿਰਫ ਹਾਰਡ ਵਰਕ ਇਤਨਾ ਕੀਤਾ ਕਿ ਕਿਉਂਕਿ ਕੋਈ ਚਾਂਸ ਸੀ, ਹੋਰ ਕੋਈ ਰਸਤਾ ਨਹੀਂ ਸੀ, ਮੈਂ 18 ਘੰਟੇ ਪੜ੍ਹਦਾ ਰਿਹਾ। ਔਰ ਮੈਂ ਆਪਣੀ ਪਹਿਲੀ ਔਰ ਆਖਰੀ ਅਟੈਂਪਟ ਦੇ ਵਿੱਚ, ਇੱਕੋ ਇੱਕ ਅਟੈਂਪਟ ਦੇ ਵਿੱਚ 89th ਰੈਂਕ ਲੈ ਕੇ ਪ੍ਰੋਪਰ IAS ਦੇ ਵਿੱਚ ਮੇਰਾ ਸਿਲੈਕਸ਼ਨ ਹੋਇਆ, ਔਰ ਮੈਨੂੰ ਤਮਿਲਨਾਡੂ ਕਾਡਰ ਮਿਲਿਆ।
ਉਸ ਤੋਂ ਬਾਅਦ ਮੈਂ ਤਮਿਲਨਾਡੂ 15 ਸਾਲ ਨੌਕਰੀ ਕੀਤੀ ਡਿਫਰੈਂਟ ਜਗ੍ਹਾ ਤੇ ਐਜ਼ ਇਨ ਕੋਇੰਬਟੂਰ ਵੀ, ਮद्रास ਵੀ, ਮਦੁਰਈ ਕਲੈਕਟਰ ਰਿਹਾ, ਸ਼ਿਵ ਗੰਗਾ ਕਲੈਕਟਰ ਰਿਹਾ ਔਰ ਵਰਲਡ ਬੈਂਕ ਦੇ ਪ੍ਰੋਜੈਕਟ ਦਾ ਹੈਡ ਰਿਹਾ, ਕੋਆਪ ਟੈਕਸ ਦਾ ਮੈਨੇਜਿੰਗ ਡਾਇਰੈਕਟਰ ਸੀ। ਉਸ ਤੋਂ ਬਾਅਦ ਮੈਂ ਦਿੱਲੀ ਮੇਰੀ ਟ੍ਰਾਂਸਫਰ 2003 'ਚ ਹੋਈ ਐਜ਼ ਜੁਆਇੰਟ ਰੈਜ਼ੀਡੈਂਟ ਕਮਿਸ਼ਨਰ ਔਰ ਮੈਂ ਦਿੱਲੀ ਹੀ ਉਸੇ ਹੀ ਆਫਿਸ ਦੇ ਵਿੱਚ 15.5 ਸਾਲ ਨੌਕਰੀ ਕੀਤੀ, ਜੋ ਕਿ ਅੱਜ ਤੱਕ IAS ਦੇ ਵਿੱਚ ਰਿਕਾਰਡ ਹੈਗਾ। ਉਸ ਦੌਰਾਨ ਹੀ ਜਦੋਂ ਸਰਦਾਰ ਸੁਰਜੀਤ ਸਿੰਘ ਜੀ ਬਰਨਾਲਾ ਸਾਡੇ ਗਵਰਨਰ ਸੀਗੇ ਤਮਿਲਨਾਡੂ ਦੇ, ਉਹਨਾਂ ਨੇ ਇੱਕ ਸਪੈਸ਼ਲ ਪੋਸਟ ਆਫਿਸਰ ਔਨ ਸਪੈਸ਼ਲ ਡਿਊਟੀ, ਜਿਹਨੂੰ OSD ਕਹਿੰਦੇ ਆ, OSD ਟੂ ਗਵਰਨਰ, ਦਿੱਲੀ ਵਿੱਚ ਹੀ ਕ੍ਰੀਏਟ ਕਰਵਾਈ ਔਰ ਮੈਨੂੰ ਉਸ ਪੋਸਟ ਦੇ ਉੱਤੇ ਜਦ ਤੱਕ ਉਹ ਗਵਰਨਰ ਰਹੇ ਨੇ ਪੂਰੇ 5 ਸਾਲ ਮੈਨੂੰ ਉਸ ਪੋਸਟ 'ਤੇ ਉਹਨਾਂ ਨੇ ਸਾਜਿਆ। ਮੈਂ 2018 ਦੇ ਵਿੱਚ, ਜੂਨ 2018 ਵਿੱਚ ਮੈਨੂੰ ਹਾਈਐਸਟ ਪੋਸਟ ਜਿਹੜੀ ਹੈ IAS ਦੇ ਵਿੱਚ ਚੀਫ ਸੈਕਟਰੀ ਰੈਂਕ, ਮੈਂ ਐਡੀਸ਼ਨਲ ਚੀਫ ਸੈਕਟਰੀ ਸੀ, ਮੇਰਾ ਰੈਂਕ ਚੀਫ ਸੈਕਟਰੀ ਦਾ ਸੀ, ਰੈਂਕ ਔਰ ਪੇ ਜਿਹਨੂੰ ਕਹਿੰਦੇ ਆ। ਜਦੋਂ ਮੈਂ ਉਸ ਲੈਵਲ 'ਤੇ ਪਹੁੰਚ ਗਿਆ, ਉਸ ਤੋਂ ਬਾਅਦ ਮੈਂ IAS ਤੋਂ ਵੋਲੰਟਰੀ ਰਿਟਾਇਰਮੈਂਟ ਲਈ, ਮੈਂ ਰਿਟਾਇਰ ਨਹੀਂ ਹੋਇਆ ਸੀ, ਮੇਰੇ ਹਾਲੇ 7 ਮਹੀਨੇ ਸਰਵਿਸ 'ਤੇ ਪਏ ਸੀ, ਲੇਕਿਨ ਇਹ 15 ਸਾਲ ਜਿਹੜੇ ਮੈਂ ਦਿੱਲੀ ਕੱਟੇ ਉਹਦੇ 'ਚ ਮੈਂ ਪੜ੍ਹਾਈ ਆਪਣੀ ਜਾਰੀ ਰੱਖੀ। ਮੇਰੇ ਕੋਲ 5 ਮਾਸਟਰਸ ਡਿਗਰੀਆਂ ਹੈਗੀਆਂ। ਮੇਰੇ ਕੋਲ MA ਪਬਲਿਕ ਐਡਮਿਨਿਸਟ੍ਰੇਸ਼ਨ ਮੈਂ ਕੀਤੀ, ਮੈਂ MBA ਕੀਤੀ ਇੰਟਰਨੈਸ਼ਨਲ ਬਿਜ਼ਨਸ IIFT ਤੋਂ, ਜਿਹੜਾ ਕਿ ਫਸਟ 10 B ਸਕੂਲਸ ਦੇ ਵਿੱਚ ਆਉਂਦਾ ਹੈ ਇੰਡੀਆ ਦੇ। 3 ਸਾਲ ਉਹ ਕੀਤੀ। ਉਸ ਤੋਂ ਬਾਅਦ ਮੈਂ 3 ਸਾਲ ਲਾਅ ਦੀ ਡਿਗਰੀ ਕੀਤੀ ਦਿੱਲੀ ਯੂਨੀਵਰਸਿਟੀ ਈਵਨਿੰਗ ਕਲਾਸਿਸ ਤੋਂ। ਉਹ ਖਤਮ ਹੋਣ ਤੋਂ ਬਾਅਦ ਮੈਂ LLM ਕੀਤੀ, ਮਾਸਟਰ ਆਫ ਲਾਅਸ। ਇੰਡੀਆ ਦਾ ਟੌਪ ਲੀਗਲ ਰਿਸਰਚ ਇੰਸਟੀਚਿਊਟ ਹੈ ILI, ਇੰਡੀਅਨ ਲਾਅ ਇੰਸਟੀਚਿਊਟ, ਮੈਂ ਉੱਥੋਂ LLM ਕੀਤੀ। ਉਸ ਤੋਂ ਬਾਅਦ ਮੈਂ ਮਾਸਟਰ ਆਫ ਬਿਜ਼ਨਸ ਲਾਅਸ ਕੀਤੀ ਨੈਸ਼ਨਲ ਲਾਅ ਸਕੂਲ ਆਫ ਇੰਡੀਆ ਯੂਨੀਵਰਸਿਟੀ ਬੈਂਗਲੋਰ ਤੋਂ, ਜਿਹੜਾ ਕਿ ਟੌਪ ਰੈਂਕਿੰਗ ਲਾਅ ਸਕੂਲ ਹੈ ਇੰਡੀਆ ਦਾ ਇਸ ਟਾਈਮ। ਉੱਥੋਂ ਮੈਂ MBL ਕੀਤੀ, ਜੋ ਕਿ ਬਹੁਤ ਹੀ ਟਫ ਡਿਗਰੀ ਹੈ, ਜਿਹਦੇ ਪਾਸ ਪਰਸੈਂਟੇਜ ਸਿਰਫ 1 ਤੋਂ 2% ਹੈ। ਉਹ 2 ਸਾਲ ਦਾ ਕੋਰਸ ਮੈਂ 1 ਸਾਲ 'ਚ ਕੰਪਲੀਟ ਕੀਤਾ। ਮੈਂ ਪੋਸਟ ਗ੍ਰੈਜੂਏਟ ਡਿਪਲੋਮਾ ਕੀਤਾ ਲੀਗਲ ਰਾਈਟਿੰਗ ਦੇ ਵਿੱਚ ਗੁਜਰਾਤ ਨੈਸ਼ਨਲ ਲਾਅ ਯੂਨੀਵਰਸਿਟੀ, ਜਿਹੜੀ ਕਿ ਫਿਰ ਟੌਪ ਯੂਨੀਵਰਸਿਟੀ ਹੈ। ਮੈਂ ਇਸ ਟਾਈਮ ਇੰਟਰਨੈਸ਼ਨਲ ਐਕ੍ਰੈਡੀਟਡ ਮੀਡੀਏਟਰ ਹਾਂ ਸਿੰਗਾਪੁਰ ਔਰ UK ਦੇ ਵਿੱਚ। I can work as a mediator anywhere in the world, and as SIMI mediator, Singapore International Mediation Institute, मैं उन्होंने रजिस्टर्ड मीडिएटर हूँ, उन्होंने पैनल पे हूँ। सिविल मीडिएशन काउंसिल UK दे मैं पैनल पे हूँ। इस तरह ही परमात्मा की बड़ी कृपा रही है और मैं अपनी रिटायरमेंट तो बाद एक बीड़ा उठाया है कि ਜਿਹੜੇ अपनी ਕੌਮ ਦੇ ਸਾਡੇ ਬੱਚੇ ਹੈਗੇ ਹੈ, ਸਾਡੇ ਕੌਮ ਦਾ ਬੜਾ ਹੀ ਘੱਟ ਰਿਪਰੈਜ਼ੈਂਟੇਸ਼ਨ ਹੈ ਸਿਵਲ ਸਰਵਿਸਿਜ਼ ਦੇ ਵਿੱਚ। ਈਵਨ ਮੇਰੇ ਬੈਚ ਵਿੱਚ ਵੀ ਅਸੀਂ 122 ਆਫਿਸਰ 'ਚ ਸਿਰਫ 2 ਸਿੱਖ ਆਫਿਸਰ ਹੈਗੇ ਸੀਗੇ, ਲੈਸ ਦੈਨ 2%। ਓਵਰਆਲ ਅਗਰ ਪਰਸੈਂਟੇਜ ਦੇਖੀ ਜਾਏ ਤਾਂ 1% ਦੇ ਆਸ-ਪਾਸ ਹੈ, ਜਿਹੜੀ ਕਿ ਸਾਡੀ ਟੋਟਲ ਸਿੱਖ ਪਾਪੂਲੇਸ਼ਨ ਦਾ ਇੱਕ ਬਹੁਤ ਹੀ ਮਾਈਨਰ ਹਿੱਸਾ ਹੈ। ਉਹਦੀ ਵਜ੍ਹਾ ਇੱਕ ਇਹ ਵੀ ਹੈ, ਇਹ ਨਹੀਂ ਕਿ ਸਾਡੇ ਬੱਚਿਆਂ 'ਚ ਕੋਈ ਕਮੀ ਹੈ, ਕੋਈ ਉਹਨਾਂ 'ਚ ਹਾਰਡ ਵਰਕ ਨਹੀਂ ਕਰਦੇ ਜਾਂ ਪੜ੍ਹਾਈ ਨਹੀਂ ਕਰਨਾ ਚਾਹੁੰਦੇ ਜਾਂ ਇੰਟੈਲੀਜੈਂਟ ਨਹੀਂ ਹੈ, ਸਭ ਗੁਣ ਉਹਨਾਂ 'ਚ ਹੈਗੇ ਹੈ। ਲੇਕਿਨ ਇੱਕ ਚੀਜ਼ ਦੀ ਜਿਹੜੀ ਸਭ ਤੋਂ ਵੱਡੀ ਘਾਟ ਹੈ ਉਹ ਹੈ ਪ੍ਰੋਪਰ ਗਾਈਡੈਂਸ ਦੀ। ਗਾਈਡੈਂਸ ਵੀ ਬੜੇ ਕੋਚਿੰਗ ਇੰਸਟੀਚਿਊਟ ਖੁੱਲ੍ਹੇ ਹੋਏ ਨੇ ਆਲ ਓਵਰ ਇੰਡੀਆ, ਦਿੱਲੀ 'ਚ ਤਾਂ ਭਰਿਆ ਹੋਇਆ ਹੈ, ਲੇਕਿਨ ਉਹ ਲੋਕ ਕੌਣ ਚਲਾ ਰਹੇ ਨੇ? ਉਹ ਚਲਾ ਰਹੇ ਨੇ ਜਿਨ੍ਹਾਂ ਨੇ ਇਸ ਐਗਜ਼ਾਮ ਨੂੰ ਕਦੀ ਪਾਸ ਨਹੀਂ ਕੀਤਾ। ਮੇਰੇ ਕੋਲ ਇਸ ਟਾਈਮ 25 ਮੇਰੇ ਸਾਥੀ ਐਸੇ ਹੈਗੇ ਨੇ, ਫਾਰਮਰ IAS IPS IRS ਆਫਿਸਰ, 3 ਹਾਈ ਕੋਰਟ ਦੇ ਜੱਜਸ ਨੇ, ਫਾਰਮਰ ਜੱਜਸ ਨੇ, ਜਿਹੜੇ ਮੇਰੇ ਨਾਲ ਜੁੜੇ ਹੋਏ ਨੇ, ਮੇਰੇ ਪੈਨਲ 'ਤੇ ਨੇ। ਉਹਨਾਂ ਦੇ ਨਾਮ ਆਪ ਜੀ ਮੇਰੀ ਵੈਬਸਾਈਟ 'ਤੇ ਦੇਖ ਸਕਦੇ ਹੋ, ਉਹਨਾਂ ਦੇ ਮੈਸੇजेस ਪੜ੍ਹ ਸਕਦੇ ਹੋ। ਮੇਰੇ ਕੋਲ ਐਸੀ ਇੱਕ ਟੀਮ ਹੈ, ਮੇਰੇ ਫੈਕਲਟੀ ਮੈਂਬਰ ਬੜੇ ਐਕਸਪੀਰੀਅੰਸਡ ਹੈਗੇ ਨੇ ਸਿਵਲ ਸਰਵਿਸਿਜ਼ 'ਚ ਬੱਚਿਆਂ ਨੂੰ ਤਿਆਰੀ ਕਰਾਉਣ ਦੇ ਵਿੱਚ। ਮੈਨੂੰ ਆਪ ਪੜ੍ਹਾਈ ਦਾ ਬੜਾ ਪੈਸ਼ਨ ਰਿਹਾ ਹੈ, ਪੜ੍ਹਾਉਣ ਦਾ ਪੈਸ਼ਨ ਰਿਹਾ ਹੈ, ਗਾਈਡ ਕਰਨ ਦਾ ਪੈਸ਼ਨ ਰਿਹਾ। ਤਾਂ ਮੈਂ ਸੋਚਿਆ ਕਿ ਇਹ ਬੀੜਾ ਮੈਂ ਖੁਦ ਹੀ ਚੁੱਕਾਂਗਾ। ਇਸ ਕਰਕੇ ਮੈਂ ਇਹ ਅਕੈਡਮੀ, ਜਿਹਦਾ ਨਾਮ ਹੈ Be and by IAS, Be an IAS by an IAS, ਇਹ ਮੇਰਾ ਨਾਰਾ ਹੈਗਾ।
ਇਹ ਮੇਰਾ ਸਲੋਗਨ ਹੈ ਤੇ ਮੈਂ ਇਸ ਸਲੋਗਨ ਨੂੰ ਫੋਲੋ ਕਰਦੇ ਹੋਏ ਆਪ ਜੀ ਨੂੰ ਇੱਕ ਨਿਮੰਤਰਣ ਦੇਣਾ ਕਿ ਆਓ ਮੇਰੇ ਨਾਲ ਜੁੜੋ, ਮੇਰੇ ਕੋਲ ਜੋ ਵੀ ਸੇਵਾ ਹੋ ਸਕਦੀ ਹੈ ਮੈਂ ਉਹ ਕਰਨ ਨੂੰ ਤਿਆਰ ਹਾਂ। ਮੈਂ ਆਪ ਜੀ ਨੂੰ ਗਾਈਡ ਕਰਾਂਗਾ एग्ज़ाम वास्ते तैयारी कराने वास्ते, ना कि कोई डिग्री दिवाने वास्ते। सिर्फ मेरा एम है ये कि आप जी मेरी तरह, मैं एक बड़े छोटे बैकग्राउंड का तो आया हैगा सोसाइटी दे विच, लेकिन सेल्फ मेड अपनी मेहनत दे नाल, वाहिगुरू की कृपा दे नाल और अपने माँ बाप के आशीर्वाद दे नाल मैं इस जगह ते पहुँचा। अज मैं चाहना कि जो मैं अपनी लाइफ दे सिक्ख्या है, जो मैं पढ़ाई की है, जो मेरा एक्सपीरियंस है 35-40 साल का सर्विस दे विच, मैं वो आप जी दे हवाले करना चाहना। वो मैं आप जी दे नाल जो मेरे नाल जुड़नगे उन्हां नाल मैं शेयर करना चाहना, उन्हां नूं गाइड करना चाहना, ताकि वो भी मेरी तरह इस तरह ही इस मुकाम ते पहुँच सकन। और इस दे विच मैनूं इंटलैक्चुअल इंटरनेशनल इंटलैक्चुअल पंजाबी चैंबर ऑफ कॉमर्स के इन्ने साथ मिल रहा है। जो उन्होंने मैंने कहा, मैं क्या इस तो बड़ी कोई गल हो ही नहीं सकती। असी इत्थे पैसा कमाने नूं नहीं बैठे है, असी इत्थे सिर्फ सेवा करन नूं बैठे हाँ। और इस करके मेरे नाल ऐसे ऐसे बिजनेसमैन, इंडस्ट्रीलिस्ट, उन्होंने मैंने मैसेजेस आ रहे हैं कि असी जुड़ना चाहते हैं। मैं उन्होंने कहना मैनूं पैसे नहीं चाहिए, तुसीं मैनूं कोई फंड ना क्रिएट करो, तुसीं सिर्फ बच्चे ਜਿਹੜੇ ਸਾਡੇ इंटरस्टिड बच्चे ने, ਜਿਹੜੇ रियली हार्ड वर्क करना चाहते हैं, जिन्हों का एम है, सुपना है IAS IPS IRS ऑफिसर सिविल सर्विस जान का, उन्होंने सपोर्ट करो, उन्होंने एक तरह का अडॉप्ट करके उन्होंने मेरे हवाले कर दो। बाकी काम मेरा है और फिर बाकी उन्होंने मेहनत और वाहिगुरू की कृपा है। देखो इस तरह है, मैं माइनॉरिटीज़ या मेजोरिटी की गल नहीं कर रहा, मैं सिर्फ यह गल कर रहा कि जिन्नी पॉपूलेशन साड़ी परसेंटेज है किसी भी माइनॉरिटी कम्यूनिटी की है, चाहे वो सिख ने, मुस्लिम ने, क्रिश्चन ने या होर भी किसी धर्म के ने, तो उन्होंने कम से कम उन्नी रिप्रजेंटेशन पॉपूलेशन के हिसाब नाल सिविल सर्विसिज भी होनी चाहिए है। ज़्यादा हो तो बहुत अच्छी गल है, कम से कम उन्नी होनी चाहिए। लेकिन साड़ी कौम के प्रॉब्लम की आ रही है कि बच्चों ਨੂੰ गाइड करने वाला कोई नहीं। वो बच्चे मैं दसिया हार्ड वर्किंग ने, इंटैलीजेंट ने, बहुत इंटैलीजेंट ने, पढ़ना चाहते हैं, मेहनत करना चाहते हैं और अच्छे अच्छे अहुदियां ते आना चाहते हैं, लेकिन प्रॉपर गाइडेंस की बहुत ही लैक, बहुत कमी है। पहली गल तो यह है कि जिंदगी कोई भी काम आसान नहीं है, और सिविल सर्विस भी इस तरह ही लो जिवें जिंदगी का कोई होर चैलेंज कर रहे। अज असी MA BA के एग्जाम देन जाने, सानू डर लग्या रहिंदा। 12वीं का एग्जाम है, कंपीटीशन उहदे च भी बड़ा है, 95% तो घट नंबर आएंगे तो कॉलेज एडमिशन नहीं मिलेगा। तो सिविल सर्विस में भी कोई इस तरह हुआ नहीं समझो, लोग साढ़े तुहाडे वर्गे ही सिलैक्ट होकर आते हैं, उहदे कोई अलग उपरों नहीं आ जाते। वो मेहनत करते हैं, वो फोकस्ड ने, उन्होंने प्रॉपर गाइडेंस मिली है। सिर्फ मैं ये चाहना कि तुसी अपनी मेहनत दिओ, मैं तुहानू गाइड करांगा। सुभाष चंद्र बोस जी ने कहा सी ना कि तुम मुझे खून दो मैं तुम्हें आज़ादी दूंगा। मैं ऐ तो नहीं कह सकता, पर मैं यह कहूँगा कि हाँ तुसी मैनू मेहनत दिओ, तुसी मेहनत दिओ, गाइडेंस मैं दूँगा, फिर देखने तुहानू किवें सिलैक्शन नहीं होएगा। देखो मैं किसी के बारे कोई कमेंट नहीं कर सकता, मेरी इन्नी औकात नहीं और मेरी पोजीशन भी नहीं है, और ना ही मैनू इन्नी नॉलेज है कि पहले की होया या नहीं होया। मैं आप जी के सामने एक चलता होया इंस्टीट्यूट, एक चलता, एक जिंदा जागदा इंसान बैठा जिहड़ा कि इस मुहिम नूं अगे ले जाना चाहता है। मैनू कोई भी सपोर्ट करेगा, मैं अपने वास्ते सपोर्ट नहीं मांग रहा, मैं अपने बच्चों वास्ते सपोर्ट मांग रहा। वो बच्चों नूं कोई भी सपोर्ट करे, किसी भी ऑर्गेनाइजेशन तो हो, दे आर वेलकम। साडा एम जिहड़ा हैगा वो बच्चों नूं तैयार करना है इस बड़ी ही एक तगड़ी लड़ाई दे लई, मुश्किल लड़ाई है, पर कामयाबी हो सकती है, कोई इम्पॉसिबल नहीं है। डिफिकल्ट है, इम्पॉसिबल नहीं है। तो असी उस डिफिकल्टी नूं दूर करना सबने मिल के। मैं किसी भी ऑर्गेनाइजेशन के उत्ते कोई कमेंट नहीं करना चाहता। जो भी अगे आना चाहन अपने बच्चों नूं अडॉप्ट करन और वो अडॉप्ट करके बच्चे मेरे झोली च पा दें।
ਜਿਹੜਾ ਸਾਡਾ ਫੋਕਸ ਹੈ ਉਹ ਸਿਰਫ ਐਗਜ਼ਾਮ ਓਰੀਐਂਟਡ ਹੈ। ਅਸੀਂ ਬੱਚਿਆਂ ਦੀ ਕੋਈ ਸਬਜੈਕਟ ਮੈਟਰ ਬਾਰੇ ਨੌਲੇਜ ਨੂੰ ਮੈਂ ਇੰਨਾ ਵਧਾਉਣਾ ਨਹੀਂ ਚਾਹੁੰਦਾ ਕਿ ਉਹ ਰਟਨ ਔਰ ਉਹਨੂੰ ਜਾ ਕੇ ਐਗਜ਼ਾਮ 'ਚ ਲਿਖ ਕੇ ਆਉਣ, ਜੋ ਕਿ ਆਮ ਇੰਸਟੀਚਿਊਟ ਕਰਾਉਂਦੇ ਹੈ। ਸਾਡਾ ਜਿਹੜਾ ਮੇਰਾ ਏਮ ਹੈ ਉਹ ਇਹ ਹੀ ਹੈ, ਮੇਰੇ ਇੰਸਟੀਚਿਊਟ ਦਾ, ਮੇਰੀ ਫੈਕਲਟੀ ਦਾ ਏਮ ਇਹ ਵੇ ਕਿ ਜੋ ਕੁਐਸਚਨ ਪੁੱਛੇ ਜਾਣੇ ਨੇ ਜਾਂ ਜਾਣਦੇ ਰਹੇ ਨੇ, ਅਸੀਂ ਬੱਚਿਆਂ ਨੂੰ ਉਹਨਾਂ ਦੇ ਉੱਤੇ ਟ੍ਰੇਨ ਕਰੀਏ, ਤਾਂ ਕਿ ਇੱਕ ਤਾਂ ਉਹਨਾਂ ਦੇ ਅੰਦਰ ਐਗਜ਼ਾਮ ਦਾ ਖੌਫ ਦੂਰ ਹੋ ਜਾਏ, ਦੂਸਰਾ ਉਹਨਾਂ 'ਚ ਇੰਨਾ ਕੌਨਫੀਡੈਂਸ ਆ ਜਾਏ, ਬੇਸਿਕਸ ਉਹਨਾਂ ਦੇ ਇੰਨੇ ਕਲੀਅਰ ਹੋ ਜਾਣ ਕਿ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਪੁੱਛਿਆ ਜਾਏ ਤੇ ਉਹ ਘਬਰਾਉਣਗੇ ਨਹੀਂ ਉਹਨੂੰ ਆਨਸਰ ਕਰਨ ਤੋਂ, ਔਰ ਉਹੀ ਉਹਨਾਂ ਦੀ ਕਾਮਯਾਬੀ ਦਾ ਰਾਜ਼ ਹੋਏਗਾ। ਇਸ ਤਰ੍ਹਾਂ ਅਸੀਂ ਡਿਫਰੈਂਟ ਹੈਗੇ ਹਾਂ ਦੂਸਰਿਆਂ ਤੋਂ। ਦੂਸਰੇ ਸਿਰਫ ਉਹਨੂੰ ਐਜ਼ ਏ ਸਬਜੈਕਟ ਮੈਟਰ ਪੜ੍ਹਾਉਂਦੇ ਹੈ, ਉਹਨੂੰ ਐਗਜ਼ਾਮ ਓਰੀਐਂਟਡ ਤਰੀਕੇ ਨਾਲ ਨਹੀਂ ਪੜ੍ਹਾਉਂਦੇ, ਜੋ ਕਿ ਯੂਨੀਵਰਸਿਟੀ ਕਾਲਜਿਸ 'ਚ ਟੀਚਰਸ, ਲੈਕਚਰਰਸ, ਪ੍ਰੋਫੈਸਰਸ ਪੜ੍ਹਾਉਂਦੇ ਆ, ਉਸ ਤਰ੍ਹਾਂ ਪੜ੍ਹਾ ਰਹੇ ਨੇ। ਮੈਂ ਜੋ ਪੜ੍ਹਾਉਣਾ ਚਾਹੁੰਦਾ ਉਹ ਸਿਰਫ ਉਹਨਾਂ ਨੂੰ ਮੈਂ ਇੱਕ ਕੁਐਸਚਨ ਸਾਹਮਣੇ ਰੱਖ ਕੇ ਉਹਦਾ ਆਨਸਰ ਕਿਵੇਂ ਲਿਖਣਾ ਚਾਹੀਦਾ, ਜਿਵੇਂ ਮੈਂ ਲਿਖਿਆ ਔਰ ਮੈਂ ਪਾਸ ਹੋਇਆ, ਉਵੇਂ ਉਹ ਲਿਖਣ ਔਰ ਉਹ ਵੀ ਪਾਸ ਹੋਣ। ਉਸ ਤੋਂ ਜ਼ਿਆਦਾ ਨਾ ਲਿਖਣ, ਉਸ ਤੋਂ ਘੱਟ ਨਾ ਲਿਖਣ, ਜੋ ਕਿ UPSC ਮੰਗਦੀ ਹੈ। ਇਸ ਐਗਜ਼ਾਮ ਦੇ ਵਿੱਚ ਇਹ ਐਗਜ਼ਾਮ ਦੂਸਰੇ ਐਗਜ਼ਾਮਸ ਤੋਂ ਬਿਲਕੁਲ ਅਲੱਗ ਹੈ। ਇਸ ਐਗਜ਼ਾਮ ਦੇ ਵਿੱਚ ਕੁਐਸਚਨਸ ਦੇ ਜਿਹੜੇ ਆਨਸਰਸ ਨੇ ਬੜੇ ਪ੍ਰਿਸਾਈਜ਼ ਹੋਣੇ ਚਾਹੀਦੇ ਨੇ, ਉਹਨਾਂ ਦੇ ਕੰਟੈਂਟ ਪੂਰਾ ਹੋਣਾ ਚਾਹੀਦਾ, ਲਿਮਿਟਿਡ ਵਰਡਸ ਦੇ ਵਿੱਚ। ਗਾਗਰ 'ਚ ਸਾਗਰ ਭਰਦੀ ਹੈ ਅਸੀਂ, ਔਰ ਉਹ ਗਾਗਰ 'ਚ ਸਾਗਰ ਭਰਨਾ ਮੈਂ ਉਹਨਾਂ ਨੂੰ ਸਿਖਾਉਣਾ ਚਾਹੁੰਦਾ। ਇਸ ਤਰ੍ਹਾਂ ਮੇਰਾ ਇੰਸਟੀਚਿਊਟ ਔਰ ਮੇਰਾ ਐਫਰਟ ਉਸ ਤਰ੍ਹਾਂ ਡਿਫਰੈਂਟ ਹੈ ਦੂਸਰਿਆਂ ਤੋਂ। ਕਾਫੀ ਸਮੇਂ ਤੋਂ ਇੰਟਲੈਕਚੁਅਲ ਪੰਜਾਬੀ ਚੈਂਬਰ ਆਫ ਕਾਮਰਸ ਦੇ ਜਿਹੜੇ ਆਗੂ ਹੈਗੇ ਹੈ, ਪਰਟੀਕੁਲਰਲੀ ਸਰਦਾਰ ਮਨਦੀਪ ਸਿੰਘ ਜੀ ਛਤਵਾਲ, ਮੇਰੇ ਨਾਲ ਇਹਨਾਂ ਦਾ ਰਾਬਤਾ ਬਣਿਆ ਰਿਹਾ ਹੈ। ਮੈਨੂੰ ਇਹਨਾਂ ਨੇ ਚੀਫ ਲੀਗਲ ਐਡਵਾਈਜ਼ਰ ਵੀ ਆਪਣਾ ਲਗਾਇਆ ਤੇ ਆਨਰੇਰੀ ਚੀਫ ਲੀਗਲ ਐਡਵਾਈਜ਼ਰ। ਮੈਂ ਕਿਹਾ ਕੋਈ ਵੀ ਕਿਸੇ ਕਿਸਮ ਦੀ ਕੋਈ ਲੀਗਲ ਐਡਵਾਈਸ ਚਾਹੀਦੀ ਹੈ, ਮੈਂ ਐਡਵੋਕੇਟ ਵੀ ਹਾਂ, ਪ੍ਰੈਕਟਿਸਿੰਗ ਐਡਵੋਕੇਟ ਵੀ ਹਾਂ, ਮੀਡੀਏਟਰ ਵੀ ਹਾਂ, ਆਰਬਿਟਰੇਟਰ ਵੀ ਹਾਂ, ਤੇ ਵਿਦ ਲੋਟ ਆਫ ਲੀਗਲ ਬੈਕਗਰਾਊਂਡ। ਤੇ ਮੈਂ ਕਿਹਾ ਜੀ ਉਹਦੇ ਵਾਸਤੇ ਮੇਰੀ ਸੇਵਾਵਾਂ ਤੁਹਾਡੇ ਚੈਂਬਰ ਆਫ ਕਾਮਰਸ ਨੂੰ ਅਵੇਲੇਬਲ ਨੇ। ਉਹਦੀ ਲਾਂਚ ਹੋਣ ਤੋਂ ਬਾਅਦ ਇਹਨਾਂ ਨੇ ਮੈਨੂੰ ਅਪਰੋਚ ਕੀਤਾ, ਜਦੋਂ ਇਹਨਾਂ ਨੂੰ ਪਤਾ ਚੱਲਿਆ ਕਿ ਮੈਂ ਆਪਣਾ ਖੁਦ ਦਾ IAS ਕੋਚਿੰਗ ਇੰਸਟੀਚਿਊਟ ਖੋਲ੍ਹਿਆ। ਇਹਨਾਂ ਨੇ ਮੈਨੂੰ ਇਹ ਬੜਾ ਇੱਕ ਯੂਨੀਕ ਔਰ ਬੜਾ ਹੀ ਅਲੱਗ ਤਰ੍ਹਾਂ ਦਾ ਇੱਕ ਆਈਡੀਆ ਦਿੱਤਾ ਕਿ ਅਸੀਂ ਅਗਰ ਤੁਹਾਨੂੰ ਬੱਚੇ ਦਈਏ, ਤੁਸੀਂ ਉਹਨਾਂ ਨੂੰ ਤਿਆਰ ਕਰਾਓਗੇ। ਮੈਂ ਕਿਹਾ ਜੀ ਯੂ ਆਰ ਮੋਸਟ ਵੈਲਕਮ। ਤੇ ਉਸ ਤਰ੍ਹਾਂ ਇਹ ਸਾਰਾ ਇਹਨਾਂ ਦਾ ਇਨੀਸ਼ੀਏਟਿਵ ਆਇਆ ਤੇ ਉਹ ਅੱਜ ਆਪ ਜੀ ਦੇ ਸਾਹਮਣੇ ਹੈ। ਸਾਡਾ ਉਦੇਸ਼, ਸਾਡਾ ਮਕਸਦ ਆਪਣੀ ਕੌਮ ਦੇ ਬੱਚਿਆਂ ਨੂੰ ਚੰਗੀ ਤਾਲੀਮ ਦੇਣਾ ਹੈ ਤਾਂ ਜੋ ਸਿਵਲ ਸੇਵਾਵਾਂ 'ਚ ਉੱਚੇ ਮੁਕਾਮ ਹਾਸਲ ਕਰਨ। ਉਹਨਾਂ ਨੇ ਅਪੀਲ ਕੀਤੀ ਹੈ ਕਿ ਨਵੰਬਰ ਮਹੀਨੇ ਤੋਂ ਸ਼ੁਰੂ ਹੋ ਰਹੇ ਅਗਲੇ ਸੈਸ਼ਨ ਲਈ ਆਨਲਾਈਨ ਕਲਾਸਾਂ ਦੀ ਸ਼ੁਰੂਆਤ ਹੋ ਰਹੀ ਹੈ। ਜਲਦ ਤੋਂ ਜਲਦ ਆਪਣੇ ਆਪ ਨੂੰ ਐਨਰੋਲ ਕਰਵਾ ਕੇ ਬੱਚੇ ਸਿਵਲ ਸੇਵਾਵਾਂ ਦੀ ਤਿਆਰੀ ਸ਼ੁਰੂ ਕਰ ਸਕਦੇ ਹਨ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।